ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਭਾਗ 21। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ। ਪੰਚੇ ਸੋਹੇ ਦਰ ਰਜਾਨ पंचा का गुर एक ध्यान। जी को कहे करी विचार करते की करने नाही सुमार। तौल धर्म दया का पूत संतोप थाप रखिया जिन सूत। जी को बुझे होवे सचियार तबले उपर केता पार। धरती होर परे होर तिस दे भार तले कवन जोर। ये आपां 15ਵੀਂ पौड़ी दो भागां 'ਚ ਲੈ ਲੈਂਦੇ ਹਾਂ। ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜੂ। ਪਿੱਛੇ ਆਪਾਂ ਮੰਨੇ ਦੀਆਂ ਪੌੜੀਆਂ ਵਿਚਾਰੀਆਂ ਸੀਗੀਆਂ। ਮੰਨੇ ਪਾਵੇ ਮੋਖ ਦੁਆਰ। ਮੋਖ ਦੁਆਰ ਤੋਂ ਭਾਵ ਮੁਕਤੀ, ਸੰਸਾਰ 'ਚੋਂ ਛੁਟਕਾਰਾ। ਸਤਿਗੁਰਾਂ ਦੇ ਵਚਨ ਨੇ ਜਪਜੀ ਸਾਹਿਬ ਦੇ ਵਿੱਚ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁਖ ਸਾਗਰ 'ਚ ਲੈ ਜਾਂਦੀ। ਪਰ ਅਸੀਂ ਦੁੱਖ ਸਾਗਰ 'ਚ ਹੀ ਸਾਰੇ ਸੁੱਖ ਭਾਲੀ ਜਾਂਦੇ। ਮ੍ਰਿਤ ਲੋਕ ਹੈ, ਛੱਡਣਾ ਪੈਣਾ ਆਪਾਂ ਨੂੰ। ਮਰਨ ਲਿਖਾਏ ਮੰਡਲ ਮੇਂ ਆਏ ਜੀਵਨ ਸਾਜੇ ਮਾਈ। ਐ ਯੁਗ ਮੇਂ ਇੱਕ ਇੱਕ ਕੋ ਆਇਆ ਜਨਮਤ ਮੋਇਆ ਮੂਣੀ ਮਾਇਆ। ਇੱਕ ਹੁਣ ਆਏ ਹਾਂ। ਪਿੱਛੇ ਆਪਾਂ ਵਿਚਾਰ ਕੀਤੀ ਸੀ, ਜਿਹੜੇ ਮੋਖ ਦੁਆਰ ਜਿਨ੍ਹਾਂ ਨੂੰ ਮੁਕਤੀ ਮਿਲ ਜਾਂਦੀ ਹੈ ਉਹ ਧਿਆਨ ਕਰਕੇ ਇੱਕ ਹੋ ਜਾਂਦੇ ਨੇ। ਉਹਨਾਂ ਬਾਰੇ ਸਤਿਗੁਰ ਆਪਾਂ ਨੂੰ ਸਮਝਾ ਰਹੇ ਨੇ। ਪੰਚ ਪ੍ਰਵਾਨ ਪੰਚ ਪ੍ਰਧਾਨ। ਪੰਚ ਤੋਂ ਭਾਵ ਪੰਜ ਕਹਿੰਦੇ ਨੇ ਵੱਡੇ ਨੂੰ, ਪ੍ਰਧਾਨ ਵੀ ਵੱਡੇ ਨੂੰ। ਉਹ ਦਰਗਾਹ 'ਚ ਮੰਨੇ ਜਾਂਦੇ ਨੇ ਜਿਹੜੇ ਧਰੀਬ ਦੁਨੀਆ ਨੂੰ ਚਲੇ ਜਾਂਦੇ ਨੇ ਮਾਇਆ ਦਾ ਤਿਆਗ ਕਰਕੇ, ਧਿਆਨ ਕਰਕੇ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੋਟੀ ਨਾਲ। ਉਹੀ ਤਾਂ ਗੁਰਸਿੱਖ ਨੇ ਭਾਈ। ਆਤਮਾ ਕਰਕੇ, ਸਰੀਰ ਕਰਕੇ ਤਾਂ ਸਾਰੇ ਅਸੀਂ ਆਪਦੇ ਆਪ ਨੂੰ ਪੂਰਨ ਮੰਨਦੇ ਹਾਂ। ਉਹ ਪ੍ਰਵਾਨ ਹੋ ਜਾਂਦੇ ਨੇ। ਪੰਜ ਪ੍ਰਵਾਨ ਪੰਜ ਪ੍ਰਧਾਨ। ਪ੍ਰਧਾਨ ਤੋਂ ਭਾਵ ਵੱਡੇ। ਉੱਥੇ ਨਹੀਂ ਵੱਡੇ, ਸੰਸਾਰ ਦੇ ਵਿੱਚ ਬੁੱਧ ਬਲ ਕਰਕੇ। ਉਹ ਆਪਾਂ ਰੋਜ਼ ਪੜ੍ਹਦੇ ਹਾਂ ਅਰਦਾਸ ਦੇ ਵਿੱਚ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਉੱਚੀ ਮੱਤ ਵਾਲੇ ਹੁੰਦੇ ਨੇ, ਉਹੀ ਤਾਂ ਸਿੱਖ ਨੇ ਭਾਈ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਵੇ ਪਾਰ। ਗੁਰ ਸ਼ਬਦ ਦਾ ਗਿਆਨ ਉਹਨਾਂ ਨੂੰ ਮਾਇਆ ਪਾਰ ਕਰਾ ਦਿੰਦਾ। ਉਹ ਧਰੀਬ ਦੁਨੀਆ ਚਲੇ ਜਾਂਦੇ, ਨਿਰਾਕਾਰ ਭਾਵ ਜਿੱਥੋਂ ਆਤਮਾ ਟੁੱਟ ਕੇ ਆਈ ਹੈ। ਉਹਨਾਂ ਨੂੰ ਕਿਹਾ ਪੰਜ ਪ੍ਰਵਾਨ ਪੰਜ ਪ੍ਰਧਾਨ। ਪੰਚੇ ਪਾਵੇ ਦਰਗੇ ਮਨ। ਦਰਗਾਹ 'ਚ ਪਹੁੰਚ ਜਾਂਦੇ ਨੇ। ਦਰਗਾਹ ਕੀ ਹੈ? ਦੇਵਲੋਕ, ਦਸਵਾਂ ਦਵਾਰ ਕਹਿ ਲਈਏ, ਹਰਦੁਆਰ ਕਹਿ ਲਈਏ। ਭਗਤ ਕਬੀਰ ਸਮਝਾਉਂਦੇ ਆ, ਮੋਹੇ ਮਰਨੇ ਕਾ ਚਾਓ ਹੈ ਮਰੂੰ ਤੋਂ ਹਰ ਕੇ ਦਵਾਰ। ਉੱਥੇ ਪਹੁੰਚਣਾ ਆਪਾਂ ਧਿਆਨ ਕਰਕੇ, ਸਰੀਰ 'ਚ ਰਹਿੰਦਿਆਂ ਜਿਨ੍ਹਾਂ ਨੂੰ ਮੁਕਤੀ ਮਿਲ ਜਾਂਦੀ ਹੈ, ਮੰਨੇ ਪਾਵੇ ਮੋਖ ਦੁਆਰ, ਉਹ ਪਹੁੰਚਦੇ ਨੇ ਉੱਥੇ ਭਾਈ। ਉਹ ਦਰਗਾਹ ਹੈ। ਦਰਗਾਹ ਤੋਂ ਭਾਵ ਦਾ ਦਰ। ਭਗਤ ਤੇਰੇ ਮਨ ਭਾਵਦੇ, ਦਰ ਸੋਹਿਨ ਕੀਰਤ ਗਾਵਦੇ, ਨਾਨਕ ਕਰਮਾਂ ਵਾਰੇ ਦਰ ਢੋ ਨਾ ਲੈਣੀ ਤਾਵਦੇ। ਕਿਰਪਾ ਲੈਣੀ ਹੈ ਦਾਤੇ ਦੀ, ਫਿਰ ਪਹੁੰਚਾਂਗੇ ਆਪਾਂ ਉੱਥੇ ਧਿਆਨ ਕਰਕੇ। ਉੱਥੇ ਆਪਣੀ ਨਾਮ ਦੀ ਭਗਤੀ ਸ਼ੁਰੂ ਹੋਣੀ ਹੈ। ਉਸ ਅਵਸਥਾ ਤੱਕ ਆਪਾਂ ਨੂੰ ਦੋ ਪਦਾਰਥ ਮਿਲ ਜਾਂਦੇ ਨੇ, ਗਿਆਨ ਅਤੇ ਮੁਕਤੀ। ਉਹਨਾਂ ਬਾਰੇ ਸਤਿਗੁਰ ਸਮਝਾ। ਕੋਈ ਵੀ ਹੋ ਸਕਦਾ ਹੈ ਭਾਈ। ਚੌਂ ਵਰਨੋਂ ਕੋ ਉਪਦੇਸ਼ ਸਾਂਝਾ, ਜੋ ਜੋ ਜਪੇ ਤਿਸ ਕੀ ਗਤ ਹੋਏ। ਉਹਦੇ ਦਰ 'ਤੇ ਉਹਦਾ ਜਸ ਕਰਦੇ ਨੇ। ਉੱਥੋਂ ਲੋਕ ਵੀ ਦਿੰਦਾ, ਪਰਲੋਕ ਵੀ ਦਿੰਦਾ। ਉਸ ਅਵਸਥਾ ਜਾ ਕੇ ਬਾਣੀ ਸਮਝੀ ਜਾਂਦੀ ਹੈ। ਉਸ ਅਵਸਥਾ ਜਾ ਕੇ ਜਸ ਹੁੰਦਾ ਹੈ। ਆਪਾਂ ਵੀ ਤਾਂ ਇਹ ਪ੍ਰਾਪਤੀ ਕਰਨੀ ਹੈ ਭਾਈ, ਜੋ ਗੁਰੂ ਸਾਹਿਬ ਆਪਾਂ ਨੂੰ ਸਮਝਾ ਰਹੇ ਨੇ। ਪ੍ਰਾਪਤੀ ਤਾਂ ਹੋਊ ਜੇ ਆਪਾਂ ਬਾਣੀ ਵਿਚਾਰਧਾਰਾ ਨਾਲ ਜੁੜਾਂਗੇ, ਸੁਣਾਂਗੇ। ਇਹਨੂੰ ਸੁਣਨ ਦਾ ਐਡਾ ਫਲ ਮਿਲੂਗਾ। ਆਪਣਾ ਸੰਸਾਰ 'ਚੋਂ ਛੁਟਕਾਰਾ ਹੋ ਜਾਊਗਾ, ਦੁੱਖਾਂ ਪਾਪਾਂ ਤੋਂ ਛੁਟਕਾਰਾ ਹੋ ਜਾਊਗਾ। ਦੁੱਖ ਸਾਗਰ 'ਚੋਂ ਅਸੀਂ ਨਿਕਲ ਜਾਵਾਂਗੇ, ਸੁੱਖ ਸਾਗਰ 'ਚ ਪਹੁੰਚ ਜਾਵਾਂਗੇ। ਉਹ ਕੌਣ ਨੇ? ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ। ਪੰਚੇ ਸੋਹੇ ਦਰ ਰਜਾਨ। ਦੇ ਦਰ 'ਤੇ ਪਹੁੰਚ ਜਾਂਦੇ ਨੇ। ਰਜਾਨ ਰਜਾ 'ਚ ਰਹਿੰਦੇ ਨੇ, ਭਾਣੇ 'ਚ ਰਹਿੰਦੇ ਨੇ। ਆਪਾਂ ਵੀ ਤਾਂ ਭਾਣੇ 'ਚ ਆਉਣਾ ਭਾਈ। ਬਾਣੀ ਸਾਨੂੰ ਭਾਣੇ 'ਚ ਲਿਆਉਂਦੀ ਆ। ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਪਰ ਅਸੀਂ ਮੰਨਦੇ ਹੀ ਨਹੀਂ ਹੈਗੇ, ਸਾਨੂੰ ਗਿਆਨ ਨਹੀਂ ਹੈਗਾ। ਅਸੀਂ ਤਾਂ ਆਪਦੇ ਆਪ ਹੀ ਵੱਡੇ ਹੋਣੇ ਫਿਰਦੇ ਹਾਂ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ।
ਇਹ ਵਿਧੀ ਹੈ ਭਾਈ ਪਾਣੀ 'ਚ ਰਹਿਣਾ, ਫਿਰ ਸੰਸਾਰ 'ਚ ਛੁਟਕਾਰਾ ਨਹੀਂ। ਜੰਮਣ ਮਰ ਤਾਂ ਆਪਣੇ ਕੋਲ ਹੈਗਾ ਹੀ ਆ। ਪੰਚਾਂ ਕਾ ਗੁਰ ਇੱਕ ਧਿਆਨ, ਇੱਕ ਧਿਆਨ ਹੋ ਜਾਂਦਾ ਹੈ ਉਹ ਗੁਰਸਿੱਖਾਂ ਦਾ। ਇੱਕ ਧਿਆਨ ਕਿਵੇਂ ਹੋਊ? ਪਹਿਲਾਂ ਗੁਰ ਸ਼ਬਦ 'ਚ ਸਾਨੂੰ ਗਿਆਨ ਹੋਊ, ਫਿਰ ਮੁਕਤੀ, ਦੋ ਪਦਾਰਥ, ਫਿਰ ਸਾਡਾ ਇੱਕ ਧਿਆਨ ਹੋ ਜਾਂਦਾ ਹੈ। ਫਿਰ ਮਨ ਬੁੱਧੀ ਸੂਝਵਾਨ ਹੋ ਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ, ਇੱਕ ਹੋ ਜਾਂਦੇ ਨੇ। ਇੱਕ ਹੋਏ ਤਾਂ ਉਗਵੇ, ਰੁੱਤੀ ਹੀ ਰੁੱਤ ਹੋਏ, ਉਹ ਰੁੱਤ ਹੈ ਭਾਈ। ਆਸਾ ਕੀ ਵਾਰ ਸਤਿਗੁਰਾਂ ਨੇ ਸਮਝਾਇਆ ਸੰਸਾਰੀ ਪ੍ਰਮਾਣ ਦੇ ਕੇ। ਜਦੋਂ ਇੱਕ ਹੋ ਜਾਂਦੇ ਨੇ ਫਿਰ ਉਹ ਨਾਮ ਸੁਣਦਾ ਹੈ, ਉਹ ਨਾਦ ਸਿੱਧਾਂ ਨੂੰ ਵੀ ਸਮਝਾਇਆ ਸਤਿਗੁਰਾਂ ਨੇ। ਪਿੱਛੇ ਆਪਾਂ ਵਿਚਾਰਿਆ ਸਾਰੇ ਧਰਮਾਂ ਨੂੰ ਸਮਝਾਇਆ ਸਤਿਗੁਰਾਂ ਨੇ। ਅਸੀਂ ਉਹਨਾਂ ਸਤਿਗੁਰਾਂ ਨੂੰ ਉਪਦੇਸ਼ ਕਰਦੇ ਹਾਂ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰੇਰਿਆ। ਤਾਂਹੀਓ ਤਾਂ ਕਰਾਏ ਪਏ ਹੋਏ ਹਾਂ ਅਸੀਂ, ਤਾਂਹੀਓ ਤਾਂ ਸਰੀਰ ਦੀ ਗਤੀ ਕਰੀ ਜਾਂਦੇ ਹਾਂ। ਗਤੀ ਆਤਮਾ ਦੀ ਹੋਣੀ ਆ। ਨਹੀਂ ਭਾਈ ਇਹ ਗਲਤੀ ਨਹੀਂ ਕਰਨੀ। ਜਨਮ ਵਾਰ ਨਹੀਂ ਮਿਲਦਾ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰੋ ਵਾਰ, ਜਿਉਂ ਬਨਫਲ ਪਾਕੇ ਪੋਹੇ ਗਰੇ, ਬਹੁਰ ਨਾ ਲਾਗੇ ਡਰ। ਪਤਾ ਨਹੀਂ ਕਿੰਨਾ ਟਾਈਮ ਲੱਗੂ ਫਿਰ ਇਹ ਮਨੁੱਖਾਂ ਦੇ ਹੀ ਲੈਣ ਨੂੰ ਆਪਾਂ। ਪੰਚਾਂ ਕਾ ਗੁਰ ਇੱਕ ਧਿਆਨ, ਇੱਕ ਧਿਆਨ ਹੋ ਜਾਂਦਾ, ਫਿਰ ਉਹ ਗਿਆਨ ਹੀ ਧਿਆਨ ਬਣ ਜਾਂਦਾ ਹੈ। ਆਪਾਂ ਸਲੋਕ ਵੀ ਰੋਜ਼ ਪੜ੍ਹਦੇ ਹਾਂ, ਜਿੰਨੀ ਨਾਮ ਤੇ ਆਇਆ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਜੇ ਕੋ ਕਹੇ ਕਰੇ ਵਿਚਾਰ, ਕਰਤੇ ਕੇ ਕਰਨੇ ਨਹੀਂ ਸਮਾਰ। ਉਹ ਅਵਸਥਾ ਜਾ ਕੇ ਪਤਾ ਲੱਗਦਾ ਆਪਾਂ ਨੂੰ। ਕੋਈ ਵੀ ਹੋ ਸਕਦਾ ਗੁਰਸਿੱਖ ਕਮਾਈ ਕਰਦੇ ਨੇ ਜਿਹੜੇ, ਉਹਨਾਂ ਨੂੰ ਹੀ ਸਮਝ ਆਉਂਦੀ ਆ ਖੇਲ। ਉਹ ਵਿਚਾਰ ਕਰਦੇ ਨੇ ਜਿਹੜੇ ਕਰਤੇ ਦੇ ਕਰਨੇ ਆ। ਨਾਮੇ ਉਤਪਤ ਨਾਮੇ ਪਰਲੋ, ਨਾਮ ਹੁਕਮ ਨਾ ਅਰਬਾਂ ਖਰਬਾਂ ਜੀਵ ਸਾਹ ਲੈਂਦੇ ਆ। ਅਰਬਾਂ ਖਰਬਾਂ ਜੀਵਾਂ ਦਾ ਸਾਹ ਬੰਦ ਹੁੰਦਾ। ਕੀ ਖੇਲ ਹੈ ਇਹ? ਉਹੀ ਤਾਂ ਸ਼ਕਤੀ ਹੈ ਭਾਈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਉਹਦਾ ਦਰਸ਼ਨ ਕਰਨ ਤਾਂ ਆਪਾਂ ਆਏ ਹਾਂ। ਵਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਨਾਮ ਹੈ, ਅਸੀਂ ਮਾਇਆ ਮੰਗੀ ਜਾਂਦੇ ਹਾਂ। ਮਾਇਆ ਤਾਂ ਸਾਰਿਆਂ ਨੂੰ ਦੇ ਰਿਹਾ ਭਾਈ। ਉਹੀ ਤਾਂ ਬਾਣੀ ਸਮਝਾ ਰਹੀ ਆਪਾਂ ਨੂੰ। ਕਰਤੇ ਕੇ ਕਰਨੇ ਨਹੀਂ ਸੁਮਾਰ, ਉਹਦੇ ਬਾਰੇ ਨਹੀਂ ਕੋਈ ਜਾਣ ਸਕਦਾ। ਧੌਲ ਧਰਮ ਦਿਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੋ। ਉਸ ਅਵਸਥਾ ਜਾ ਕੇ ਪਤਾ ਲੱਗਦਾ ਕਿਹੜੇ ਬੋਲ 'ਤੇ ਧਰਤੀ ਖੜੀ ਹੈ, ਕੀ ਹੈ ਸਾਰਾ ਖੇਲ। ਜਦ ਤੱਕ ਸੱਚ ਦਾ ਗਿਆਨ ਨਹੀਂ ਹੁੰਦਾ ਮਨ ਨਹੀਂ ਮੰਨਦਾ ਹੈ। ਅਸੀਂ ਜੁੜੇ ਰਹਿੰਦੇ ਸੰਸਾਰ ਨਾਲ। ਉਹ ਕਿਹੜਾ ਬੋਲਦਾ, ਉਸ ਅਵਸਥਾ ਜਾ ਕੇ ਪਤਾ ਲੱਗਦਾ ਹੈ। ਸੰਤੋਖ ਥਾਪ ਰੱਖਿਆ ਜਿਨ ਸੋ, ਉਹਨੇ ਸਾਰੇ ਸੰਤੋਖ ਦੇ ਵਿੱਚ ਸਾਰਿਆਂ ਨੂੰ ਚਲਾ ਰਿਹਾ ਹਵਾ, ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰ ਰਿਹਾ। ਅਸੀਂ ਸੰਤੋਖੀ ਨਹੀਂ ਹੈ। ਸਾਡਾ ਸੰਤੋਖ ਟੁੱਟ ਗਿਆ। ਉਹੀ ਤਾਂ ਸੰਤੋਖ ਪ੍ਰਾਪਤ ਕਰਨਾ ਦੁਬਾਰਾ, ਉਹੀ ਤਾਂ ਭਗਤੀ ਹੈ ਭਾਈ। ਪਿੱਛੇ ਆਪਾਂ ਵਿਚਾਰੀ ਸੀ ਸੁਣੀ ਦੀ ਪੌੜੀ, ਸੁਣੀਏ ਸਤ ਸੰਤੋਖ ਗਿਆਨ, ਸੁਣੀਏ 68 ਕਾ ਸਨਾਨ। ਫਿਰ ਇਹ ਅੱਠੀ ਜਾਊ, ਇਹ 8 ਗੁਣਾਂ ਨਾਲ ਸੱਠੀ ਜਾਊ ਆਪਣੀ ਬੁੱਧੀ। ਜਿਹੜੀ ਬਾਹਰਲੇ ਤੀਰਥ ਨੇ ਉਹ ਤਾਂ ਸਰੀਰ ਕਰਕੇ ਨੇ, ਉਹ ਤੋਂ ਰਹਿ ਜਾਂਦੇ ਹਾਂ ਅਸੀਂ। ਸੁਣਨ ਦਾ ਫਲ ਹੈ ਭਾਈ। ਫਿਰ ਸਮਝ ਆਉਂਦੀ ਹੈ ਉਹ ਕਿਹੜਾ ਬੋਲਦਾ। ਜੇ ਕੋਈ ਬੁੱਝੇ ਹੋਵੇ ਸਚਿਆਰ, ਉਹਨੂੰ ਸੱਚ ਦਾ ਗਿਆਨ ਹੋ ਜਾਂਦਾ। ਜੇ ਕੋਈ ਉਹਨੂੰ ਬੁੱਝ ਲਵੇ ਉਹਦੀ ਕਿਰਪਾ ਰਹਿਮਤ ਨਾਲ। ਪਰ ਸਾਡੇ ਕੋਲ ਮੱਤ ਹੈ ਹੀ ਨਹੀਂ। ਕਹਾਂ ਬੁਝਾਰ ਤੋਂ ਬੁੱਝੇ ਡੋਰਾ, ਨਿਸਕਈਏ ਤਾਂ ਸਮਝੇ ਪੂਰਾ। ਗੁਰ ਕੀ ਮੱਤ ਨਾਲ ਸਾਰੀ ਇਹ ਖੇਲ ਬੁੱਝੀ ਜਾਣੀ ਹੈ। ਫਿਰ ਆਪਾਂ ਨੂੰ ਗੁਰ ਕੀ ਮੱਤ ਤੋਂ ਪ੍ਰਾਪਤ ਹੁੰਦੀ ਹੈ। ਰਹਿ ਰਸ ਵੀ ਆਪਾਂ ਰੋਜ਼ ਪੜ੍ਹਦੇ ਹਾਂ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰੂ ਦੀ ਸਿੱਖਿਆ ਲਈ ਜਾਣੀ। ਗੁਰੂ ਘਰਾਂ ਜਾ ਕੇ ਜਿੱਥੇ ਗੁਰੂ ਕੇ ਪਿਆਰੇ ਗੁਰ ਮਤ ਸਮਾਗਮ ਜਾਂ ਕਹਿ ਲਈਏ ਗੁਰੂ ਸ਼ਬਦ ਦੀ ਵਿਚਾਰ ਕਰਦੇ ਨੇ, ਧਿਆਨ ਰੱਖਾਂਗੇ ਤਾਂ ਇਹ ਪ੍ਰਾਪਤੀ ਹੋਣੀ ਆਪਾਂ ਨੂੰ। ਜੀ ਕੋ ਬੁੱਝੇ ਹੋਵੇ ਸਚਿਆਰ, ਧਬਲੇ ਉੱਪਰ ਕੀਤਾ ਭਾਰ। ਫਿਰ ਸਮਝ ਆ ਜਾਂਦੀ ਆ ਕਿਹਦੇ ਭਾਰ 'ਤੇ ਧਰਤੀ ਖੜੀ ਹੈ, ਕਿਹਨੇ ਚੱਕੀ ਹੈ ਸਾਰੀ, ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ। ਧਰਤੀ ਹੋਰ ਪਰੇ ਹੋਰ, ਤਿਸ ਦੇ ਭਾਰ ਤਲੇ ਕਵਣ ਜੋਰ। ਫਿਰ ਦੂਜੀਆਂ ਧਰਤੀਆਂ ਥੜੇ ਕਿਹੜੇ ਬੋਲਦੇ ਨੇ ਭਾਈ। ਫਿਰ ਸਮਝ ਆਉਂਦੀ। ਆਓ ਸਾਰੇ ਮਿਲ ਕੇ ਆਪਾਂ ਵੀ ਇਹ ਵਿਚਾਰਧਾਰਾ ਨਾਲ ਜੁੜੀਏ। ਆਪਾਂ ਇਹ 15ਵੀਂ ਪੌੜੀ 2 ਭਾਗਾਂ 'ਚ ਕਰ ਲਈ। ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਜੂ ਆਪਾਂ ਬਾਹਰਲੀ ਮੱਤਾਂ ਬਾਰੇ ਕੀ ਜ਼ਿਆਦਾ ਵਿਚਾਰ ਕਰਨੀ ਹੈ। ਗੁਰ ਕੀ ਮੱਤ ਲਈ ਜਿਹੜੀ ਆਪਾਂ ਪ੍ਰਾਪਤੀ ਕਰਨੀ ਹੈ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਵੇ, ਅਸੀਂ ਉਹਦੀ ਪ੍ਰਾਪਤੀ ਕਰੀਏ ਜੋ ਗੁਰੂ ਸਾਹਿਬ ਸਮਝਾ ਰਹੇ। ਗੁਰ ਸ਼ਬਦ ਨਾਲ ਜੁੜੇ ਰਹੀਏ, ਇਹ ਵਿਚਾਰਧਾਰਾ ਨਾਲ ਜੁੜੀਏ। ਸਾਨੂੰ ਵੀ ਇਹ ਪ੍ਰਾਪਤੀ ਹੋਵੇ, ਸਾਨੂੰ ਵੀ ਇਹ ਸਾਰਾ ਖੇਲ ਸਮਝ ਆ ਜਾਵੇ। ਮੰਨੇ ਮੁਖ ਦੁਆਰ, ਸਾਨੂੰ ਵੀ ਇਹ ਮੁਕਤੀ ਮਿਲ ਜੇ। ਆਪਾਂ ਵੀ ਧਿਆਨ ਕਰਕੇ ਉੱਥੇ ਪਹੁੰਚ ਜਾਈਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।